ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਮੈਂ ਨਾਹੀਂ ਕਿਛ ਹੋਂ ਨਾਹੀਂ, ਕਿਛ ਆਹਿ ਨ ਮੋਰਾ। ਔਸਰ ਲੱਜਾ ਰਾਖ ਲਹਿ, ਸਦਨਾ ਜਨ ਤੋਰਾ। ਸ਼੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ। ਧਨ ਜੋਬਨ ਅਰ ਫੁੱਲੜਾ, ਨਾਠੀਅੜੇ ਦਿਨ ਚਾਰ। ਪੱਬਣ ਕੇਰੇ ਪਤ ਜਿਉ, ਢਲ ਢੁੱਲ ਜੁਮਣ ਹਾਰ। ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨੌ ਹੁੱਲਾ। ਦਿਨ ਥੋੜੜੇ ਥਕੇ, ਭਇਆ ਪੁਰਾਣਾ ਚੋਲਾ। ਰਹਾਉ ਸੱਜਣ ਮੇਰੇ ਰੰਗੁਲੇ, ਜਾਏ ਸੁੱਤੈ ਜੀਰਾਨ। ਹੰਬੀ ਵੰਜਾਂ ਡੂਮਣੀ, ਰੋਵਾਂ ਚਿੰਨੀ ਬਾਣ। ਕੀ ਨਾ ਸੁਣੇ ਹੀ ਗੋਰੀਏ, ਆਪਣ ਕੰਨੀ ਸੋਏ। ਲੱਗੀ ਆਵੈ ਸਹੁਰੈ, ਨਿਤ ਨਾ ਪਈਆ ਰੋਏ। ਲੱਗੀ ਆਵੈ ਸਹੁਰੈ, ਨਿਤ ਨਾ ਪਈਆ ਹੋਏ। ਨਾਨਕ ਸੁੱਤੀ ਪਈਐ, ਜਾਣ ਵਿਰਤੀ ਸੰਨ। ਗੁਣਾ ਗਵਾਈ ਗੰਠੜੀ, ਅਵਗੁਣ ਚੱਲੀ ਬੰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ। ਹਾਜ਼ਰਾ ਹਜ਼ੂਰ ਸ਼ਬਦ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਤੇ ਬਖਸ਼ਿਸ਼ ਬਣੀ ਹੈ। ਜਿਵੇਂ ਹਰ ਰੋਜ਼ ਦੀ ਤਰ੍ਹਾਂ ਸਤਿਗੁਰੂ ਜੀ ਕੀ ਪਾਵਨ ਬਖਸ਼ਿਸ਼ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਾਵਨ ਕਥਾ ਪਿਛਲੇ ਦਿਨਾਂ ਤੋਂ ਪ੍ਰਾਰੰਭ ਕੀਤੀ ਗਈ ਹੈ, ਜਿਸ ਵਿੱਚ ਸ਼੍ਰੀ ਰਾਗ ਤੋਂ ਵਿਚਾਰ ਚੱਲ ਰਹੀ ਹੈ, ਜਿਸ ਵਿੱਚ ਹੁਣ ਤੱਕ 23 ਨੰਬਰ ਸ਼ਬਦ ਤੱਕ ਆਪਾਂ ਵਿਚਾਰ ਕਰ ਚੁੱਕੇ ਹਾਂ। ਤੇ ਅੱਜ ਜਿਹੜਾ ਸ਼ਬਦ ਆਪ ਜੀ ਕੇ ਸਨਮੁਖ ਰੱਖਿਆ ਜਾ ਰਿਹਾ ਹੈ, ਇਹ 24 ਨੰਬਰ ਸ਼ਬਦ ਹੈ ਸ਼੍ਰੀ ਰਾਗ ਦੇ ਵਿੱਚੋਂ। ਸਾਹਿਬ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਰਸਨਾ ਤੋਂ ਉਚਾਰਨ ਹੋਇਆ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 23 ਦੇ ਉੱਪਰ ਸੁਭਾਇਮਾਨ ਹੈ। ਸਤਿਗੁਰੂ ਜੀ ਪਾਵਨ ਸ਼ਬਦ ਦੇ ਵਿੱਚ ਜਿਹੜੀ ਗੱਲ ਸਮਝਾ ਰਹੇ ਨੇ, ਸਤਿਗੁਰੂ ਜੀ ਇਹ ਦੱਸਣ ਦਾ ਇਸ ਸ਼ਬਦ ਦੇ ਵਿੱਚ ਯਤਨ ਕਰ ਰਹੇ ਨੇ ਕਿ ਦੇਖ ਐ ਮਨੁੱਖ, ਜਿਹੜੀ ਤੇਰੀ ਜੀਵਨ ਦੀ ਯਾਤਰਾ ਵਾ ਨਾ, ਇਹ ਬੜੀ ਸੀਮਤ ਹੈ। ਤੇ ਜਿਹੜਾ ਜਨਮ ਤੋਂ ਲੈ ਕੇ ਮਰਨ ਤੱਕ ਦਾ ਜਿਹੜਾ ਵਿਚਕਾਰਲਾ ਤੇਰੇ ਕੋਲ ਸਮਾਂ ਹੈ ਨਾ, ਇਹ ਤੇਰੇ ਤੇ ਬਹੁਤ ਡਿਪੈਂਡ ਕਰਦਾ ਹੈ ਕਿ ਤੂੰ ਆਪਣੇ ਇਸ ਜੀਵਨ ਨੂੰ ਕਿਸ ਤਰ੍ਹਾਂ ਦਾ ਜਿਉਣਾ ਹੈ। ਸੰਸਾਰ ਦੇ ਵਿੱਚ ਹਰ ਤਰੀਕੇ ਦਾ ਜੀਵਨ ਮੌਜੂਦ ਹੈ ਤੇ ਉਹਨਾਂ ਦੇ ਰਿਜ਼ਲਟਸ ਵੀ ਮੌਜੂਦ ਨੇ। ਕੁੜਿਆਰੇ ਜੀਵਨ ਦਾ ਰਿਜ਼ਲਟ ਜਿਹੜੇ ਨੇ ਉਹਨਾਂ ਦੇ ਉਹਦੇ ਮੁਤਾਬਕ ਨੇ, ਤੇ ਇੱਕ ਸਚਿਆਰਤਾ ਦਾ ਜੀਵਨ ਜੀਣ ਵਾਲਾ ਜਿਹੜਾ ਹੈ, ਉਹਦੇ ਰਿਜ਼ਲਟਸ ਜਿਹੜੇ ਨੇ ਉਹਦੇ ਮੁਤਾਬਕ ਨੇ। ਗੁਰਬਾਣੀ ਦੋਵੇਂ ਹੀ ਨਤੀਜਿਆਂ ਨੂੰ ਸਾਡੇ ਸਾਹਮਣੇ ਰੱਖਦੀ ਹੈ ਕਿ ਜੇ ਤੂੰ ਰਸਤਾ ਗੁਰਮਤ ਦੀ ਚੁਣੇਗਾ
ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਤੇ ਰਜ਼ਾ ਵਿੱਚ ਰਹਿਣ ਦਾ ਚੁਣੇਗਾ ਤੇ ਸੱਚ ਜਾਣੀ ਸਦੀਵੀ ਆਤਮਿਕ ਆਨੰਦ ਤੇ ਖੇੜੇ ਵਿੱਚ ਰਵੇਂਗਾ। ਤੇ ਜੇ ਤੂੰ ਰਸਤਾ ਮਾਇਆ ਦੀ ਦੌੜ ਦਾ ਚੁਣੇਗਾ, ਹਾਂ ਹੋ ਸਕਦਾ ਤੇਰੇ ਕੋਲ ਬੰਗਲੇ ਬਹੁਤ ਵੱਡੇ ਵੱਡੇ ਖੜੇ ਹੋ ਜਾਣ, ਤੇਰੇ ਕੋਲ ਪ੍ਰਾਪਰਟੀ ਬਹੁਤ ਹੋ ਜਾਵੇ, ਤੂੰ ਰਾਜਾ ਬਾਦਸ਼ਾਹ ਵੀ ਬਣ ਜਾਵੇਂ, ਪਰ ਸੱਚ ਕਰਕੇ ਜਾਣੀ ਤੇਰੇ ਅੰਦਰ ਸਕੂਨ ਨਹੀਂ ਹੋਊਗਾ, ਤੇਰੇ ਅੰਦਰ ਆਤਮਿਕ ਆਨੰਦ ਤੇ ਸ਼ਾਂਤੀ ਨਹੀਂ ਹੋਵੇਗੀ। ਤੂੰ ਆਖਰੀ ਸਵਾਸ ਤੱਕ ਭਟਕਦਾ ਰਵੇਂਗਾ, ਭਰਮਦਾ ਰਵੇਂਗਾ, ਦੁਚਿੱਤੀ 'ਚ ਰਵੇਂਗਾ, ਦੁਬਿਧਾ 'ਚ ਰਵੇਂਗਾ। ਹੁਣ ਸਤਿਗੁਰੂ ਕਹਿੰਦੇ ਇਹ ਤੇਰੇ ਤੇ ਡਿਪੈਂਡ ਹੈ ਕਿ ਤੂੰ ਦੋਵਾਂ ਦੇ ਵਿੱਚੋਂ ਕਿਸ ਜੀਵਨ ਨੂੰ ਤਰਜੀਹ ਦੇਣੀ ਹੈ ਤੇ ਕਿਸ ਜੀਵਨ ਨੂੰ ਅਪਣਾਉਣਾ ਹੈ। ਪਰ ਤਰਾਸਦੀ ਇਹ ਹੈ ਕਿ ਅਸੀਂ ਬਚਪਨ ਤੋਂ ਤੇ ਗੁਰਬਾਣੀ ਤੋਂ ਟੁੱਟ ਜਾਂਦੇ ਹਾਂ, ਬਚਪਨ ਤੋਂ ਹੀ ਟੁੱਟ ਜਾਂਦੇ ਹਾਂ। ਜਿਹੜਾ ਸਮਾਂ ਗੁਰਬਾਣੀ ਨਾਲ ਜੁੜਨ ਦਾ ਹੁੰਦਾ ਨਾ, ਕਿਉਂਕਿ ਉਹ ਜ਼ਾਹਰ ਜੀ ਗੱਲ ਹੈ, ਜੇ ਮਾਤਾ ਪਿਤਾ ਗੁਰਬਾਣੀ ਨਾਲ ਜੁੜੇ ਹੋਣਗੇ ਤੇ ਮੈਨੂੰ ਗੁਰਬਾਣੀ ਨਾਲ ਜੋੜਦੇ, ਮੈਂ ਬਚਪਨ ਤੋਂ ਗੁਰਬਾਣੀ ਨਾਲ ਜੁੜਦਾ। ਪਰ ਜੇ ਮਾਤਾ ਪਿਤਾ ਦੇ ਵਿੱਚ ਹੀ ਗੁਰਬਾਣੀ ਦਾ ਕੋਈ ਅੰਸ਼ ਨਹੀਂ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਪ੍ਰੇਮ ਨਹੀਂ, ਕਦੀ ਯਤਨ ਹੀ ਨਹੀਂ ਕੀਤਾ ਕਿ ਉਂਗਲ ਫੜ ਕੇ ਬੱਚੇ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਿਠਾਇਆ ਜਾਵੇ ਤੇ ਆਖਿਆ ਜਾਵੇ, ਪੁੱਤ ਵੇ ਇਹੀ ਸਭ ਤੋਂ ਵੱਡਾ ਬਾਪੂ ਹੈ ਜੋ ਸਾਰੀਆਂ ਝੋਲੀਆਂ ਭਰਨ ਵਾਲਾ ਹੈ। ਪਰ ਇਸ ਬਾਪੂ ਦੇ ਕੋਲ ਬਹਿ ਕੇ ਕੇਵਲ ਮੱਥਾ ਹੀ ਨਹੀਂ ਟੇਕਣਾ, ਇਸ ਬਾਪੂ ਦੇ ਕੋਲੋਂ ਪੁੱਛਣਾ ਹੈ ਕਿ ਦੱਸੋ ਬਾਪੂ ਜੀ ਮੈਂ ਜ਼ਿੰਦਗੀ ਕਿਵੇਂ ਦੀ ਜੀਵਾਂ, ਮੈਂ ਕਿਸ ਤਰੀਕੇ ਨਾਲ ਆਪਣੇ ਜੀਵਨ ਦੇ ਵਿੱਚ ਸੱਚਾਈ ਤੇ ਸਚਿਆਰਤਾ ਲੈ ਕੇ ਆਵਾਂ। ਇਹ ਯਤਨ ਤੇ ਸਾਨੂੰ ਹੀ ਕਰਨਾ ਪੈਣਾ ਸੀ ਨਾ, ਪਰ ਅਸੀਂ ਕੀਤਾ ਕੋਈ ਨਹੀਂ, ਜਿਹਦਾ ਨਤੀਜਾ ਅੱਜ ਇੱਥੇ ਆ ਕੇ ਖਲੋਤੇ ਹਾਂ ਕਿ ਅੱਜ ਸਾਡੇ ਬੱਚੇ ਵੀ ਸਾਡੇ ਕਹਿਣੇ ਚੋਂ ਬਾਹਰ ਨੇ, ਸਾਡਾ ਘਰ ਅਸ਼ਾਂਤੀ ਦਾ ਕੇਂਦਰ ਆ, ਸਾਡੇ ਘਰ ਦੀ ਇੱਕ ਛੱਤ ਥੱਲੇ ਮਾਨੋ ਅਸੀਂ ਦੁਸ਼ਮਣਾਂ ਵਾਂਗੂ ਰਹਿ ਰਹੇ ਹਾਂ, ਕਿਉਂਕਿ ਜੀਵਨ ਦੇ ਵਿੱਚ ਸੱਚਾਈ ਤੇ ਪ੍ਰੇਮ ਜਿਹੜਾ ਉਹ ਘੱਟ ਕਰ ਗਿਆ, ਜਿਹਦੇ ਨਤੀਜੇ ਬੜੇ ਡਰਾਉਣੇ ਨੇ। ਅੱਜ ਨਸ਼ਿਆਂ ਦੀ ਮਾਰ ਪੰਜਾਬ ਚੱਲ ਰਿਹਾ ਹੈ, ਬੁੱਬਣੇ ਸਾਧ ਜਿਹੜੇ ਨੇ ਹਰ ਜਗ੍ਹਾ ਦੇ ਉੱਤੇ ਜਗ੍ਹਾ ਦੇ ਉੱਤੇ ਆਪਣੀਆਂ ਕੁਟੀਆਂ ਡੇਰੇ ਪਾ ਕੇ ਬੈਠੇ ਨੇ ਤੇ ਬੜੇ ਵੱਡੇ ਪੱਧਰ ਦੇ ਉੱਤੇ ਸਿੱਖ ਸਿਧਾਂਤਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਹਦਾ ਕਾਰਨ ਹੈ ਕਿ ਅਸੀਂ ਆਪ ਹੀ ਸੁੱਤੇ ਪਏ ਹਾਂ ਤੇ ਜਦੋਂ ਸੌਂ ਜਾਈਏ ਨਾ ਤੇ ਚੋਰ ਤੇ ਘਰ ਵਿੱਚ ਆਉਣੇ ਹੀ ਨੇ। ਹੁਣ ਸਤਿਗੁਰੂ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜਵਾਨੀ ਦੀ ਬੜੀ ਮਹਾਨਤਾ ਦੱਸੀ ਹੈ। ਕਹਿੰਦੇ ਐ ਮਨੁੱਖ, ਜਦੋਂ ਤੇਰੇ ਕੋਲ ਜਵਾਨੀ ਸੀ ਨਾ, ਉਦੋਂ ਤੇਰਾ ਧਿਆਨ ਜਿਹੜਾ ਸੀ ਉਹ ਸੱਚ ਵਾਲੇ ਬੰਨੇ ਨਹੀਂ ਸੀ। ਇਸ ਜਵਾਨੀ ਦੇ ਵਿੱਚ ਜਿੰਨੇ ਤੂੰ ਛੜਯੰਤਰ ਕੀਤੇ ਨੇ, ਜਿੰਨੇ ਬੇਈਮਾਨੀਆਂ ਕੀਤੀਆਂ ਨੇ, ਜਿੰਨੇ ਇਸ ਜਵਾਨੀ ਦੇ ਨਸ਼ੇ ਵਿੱਚ ਆ ਕੇ ਤੂੰ ਝੂਠ ਬੋਲੇ ਨੇ, ਜਿੰਨੇ ਤੂੰ ਕੁਰਾਹੇ ਕਦਮ ਜਿਹੜੇ ਤੋਰੇ ਨੇ, ਉਹਦਾ ਨਤੀਜਾ ਤੈਨੂੰ ਬੁਢੇਪੇ ਦੇ ਵਿੱਚ ਭੋਗਣਾ ਪੈਣਾ ਹੈ। ਮੈਂ ਇੱਕ ਬੇਨਤੀ ਕਰਾਂ, ਕੋਈ ਅਲੱਗਾ ਆਸਮਾਨ ਨਹੀਂ, ਕੋਈ ਅਲੱਗਾ ਕੋਈ ਪਰਲੋਕ ਜਾਂ ਜਮਲੋਕ ਨਹੀਂ ਜਿੱਥੇ ਜਾ ਕੇ ਨਿਬੇੜਾ ਹੋਣਾ ਹੈ। ਗੁਰਬਾਣੀ ਦੀ ਕਸਵੱਟੀ ਇਹ ਕਹਿੰਦੀ ਹੈ, ਐ ਕਰ ਕਰੇ ਸੋ ਐ ਕਰ ਪਾਏ, ਇੱਥੇ ਹੀ ਸਭ ਕੁਝ ਹੈ। ਜਿਹੋ ਜਿਹਾ ਮੈਂ ਜੀਵਨ ਜੀਵਾਂਗਾ ਉਹੋ ਜਿਹੇ ਰਿਜ਼ਲਟਸ ਮੇਰੇ ਸਾਹਮਣੇ ਰਹਿਣਗੇ। ਜਿਹੋ ਜੀ ਮੈਂ ਮੰਜ਼ਿਲ ਉਸਾਰਾਂਗਾ ਉਹੋ ਜੀ ਛੱਤ ਥੱਲੇ ਮੈਂ ਰਵਾਂਗਾ। ਜੇ ਮੈਂ ਮੰਜ਼ਿਲ ਹੀ ਉਸਾਰੀ ਹੈ ਵਿੱਚ ਘਟੀਆ ਸਮਾਨ ਪਾ ਕੇ, ਮੰਜ਼ਿਲ ਉਸਾਰੀ ਹੈ ਘਟੀਆ ਸੀਮਟ ਪਾ ਕੇ, ਮਾੜੀਆਂ ਇੱਟਾਂ ਲਾ ਕੇ, ਮੰਜ਼ਿਲ ਉਸਾਰੀ ਹੈ ਜਿਹਦੀ ਨੀਂਵ ਕੋਈ ਬੇਸ ਹੀ ਨਹੀਂ, ਤੇ ਉਹ ਤੇ ਡਿੱਗਣੀ ਤੇ ਮੇਰੇ ਉੱਤੇ ਹੀ ਆ ਕੇ ਆਣਾ। ਹੁਣ ਅਸੀਂ ਜਦੋਂ ਘਰ ਬਣਾਉਣਾ ਹੈ, ਅਸੀਂ ਬੜੀ ਜੇ ਆਪ ਉਹਦੇ ਵਿੱਚ ਰਹਿਣਾ, ਅਸੀਂ ਕਿੰਨੀ ਸੁਚੇਤਤਾ ਰੱਖਦੇ ਹਾਂ, ਇਹਦਾ ਬੇਸ ਵਧੀਆ ਬਣਾਓ, ਇਹਦੇ ਵਿੱਚ ਪਿੱਲਰ ਦਿਓ, ਇਹਨੂੰ ਲੈਂਟਰ ਮਜ਼ਬੂਤ ਰੱਖੋ, ਇਹਦੀ ਹਰ ਇੱਕ ਚੀਜ਼ ਸੁੰਦਰਤਾ ਦੀ ਹੋਵੇ, ਕਿਉਂਕਿ ਅਸੀਂ ਆਪ ਉਹਦੇ ਵਿੱਚ ਰਹਿਣਾ ਹੈ। ਪਰ ਜਿਸ ਘਰ ਦੇ ਵਿੱਚ ਪਰਮਾਤਮਾ ਨੇ ਰਹਿਣਾ ਹੈ, ਉਸ ਘਰ ਨੂੰ ਅਸੀਂ ਕਦੀ ਸਵਾਰਿਆ ਹੀ ਨਹੀਂ, ਕਦੀ ਸ਼ਿੰਗਾਰਿਆ ਹੀ ਨਹੀਂ, ਕਦੀ ਅਸੀਂ ਆਪਣੇ ਇਸ ਸਰੀਰ ਰੂਪੀ ਘਰ ਨੂੰ ਸਵਾਰਨ ਦੀ ਕੋਸ਼ਿਸ਼ ਨਹੀਂ ਕੀਤੀ। ਤੇ ਜੋ ਮੈਂ ਖਾ ਰਿਹਾ, ਹੁਣ ਮੈਂ ਖਾ ਕੀ ਰਿਹਾ ਵਾਂ, ਅੰਦਰ ਜਾ ਰਿਹਾ ਵਾ, ਜੋ ਮੈਂ ਪੀ ਰਿਹਾ ਉਹ ਅੰਦਰ ਜਾ ਰਿਹਾ ਵਾ, ਜੋ ਮੈਂ ਸੋਚ ਰਿਹਾ ਉਹ ਅੰਦਰ ਜਾ ਰਿਹਾ, ਜੋ ਮੈਂ ਦੇਖ ਰਿਹਾ ਉਹ ਅੰਦਰ ਜਾ ਰਿਹਾ, ਜੋ ਮੈਂ ਸੁਣ ਰਿਹਾ ਉਹ ਅੰਦਰ ਜਾ ਰਿਹਾ। ਇਹ ਸਭ ਕੁਝ ਚੁੱਕ ਕੇ ਕੂੜਾ ਕਬਾੜਾ ਅਸੀਂ ਕਿੱਥੇ ਸੁੱਟ ਰਹੇ ਹਾਂ? ਆਪਣੇ ਸਰੀਰ ਰੂਪੀ ਘਰ ਦੇ ਵਿੱਚ। ਤੁਸੀਂ ਖਿਆਲ ਕਰਨਾ, ਜਦੋਂ ਸਵੇਰ ਹੁੰਦੀ ਆ ਨਾ ਤੇ ਆਮ ਘਰਾਂ ਦੇ ਵਿੱਚ ਝਾੜੂ ਕੀਤਾ ਜਾਂਦਾ ਹੈ, ਪੋਚੇ ਲਾਏ ਜਾਂਦੇ ਨੇ, ਵੈਕਿਊਮ ਕੀਤੇ ਜਾਂਦੇ ਨੇ, ਤੇ ਬਾਹਰ ਗੰਦਗੀ ਸੁੱਟੀ ਜਾਂਦੀ ਹੈ ਘਰ ਤੋਂ।
ਅਸੀਂ ਸਾਰੀਆਂ ਚੀਜ਼ਾਂ ਇੱਕ ਜਗ੍ਹਾ ਡੈਕੋਰੇਟ ਕਰਦੇ ਹਾਂ, ਫਿਰ ਉਸ ਚੀਜ਼ਾਂ ਨੂੰ ਜਿਹੜੀ ਗੰਦਗੀ ਹੈ, ਕੂੜਾ ਕਬਾੜਾ ਹੈ, ਉਹਨੂੰ ਅਸੀਂ ਘਰੋਂ ਬਾਹਰ ਸੁੱਟਦੇ ਹਾਂ। ਕਿਉਂ? ਕਿਉਂਕਿ ਸਾਨੂੰ ਸਫਾਈ ਪਸੰਦ ਹੈ, ਅਸੀਂ ਅੰਦਰ ਰਹਿਣਾ ਚਾਹੁੰਦੇ ਹਾਂ। ਪਰ ਕਮਾਲ ਦੀ ਗੱਲ ਹੈ ਕਿ ਇੱਕ ਮਨੁੱਖ ਜਦੋਂ ਆਪਣੇ ਜੀਵਨ 'ਚ ਝਾਤੀ ਮਾਰਦਾ ਨਾ, ਦੁਨੀਆ ਭਰ ਦਾ ਤਮਾਮ ਕੂੜਾ ਆਪਣੇ ਅੰਦਰ ਸੁੱਟ ਰਿਹਾ ਹੈ, ਤਮਾਮ ਗੰਦਗੀ ਇਹਦੇ ਅੰਦਰ ਭਰੀ ਪਈ ਹੈ। ਕਿਤੇ ਅੰਦਰ ਕਿਤੇ ਝਾਤੀ ਮਾਰ ਕੇ ਤੇ ਦੇਖੋ, ਸਿਵਾਏ ਗੰਦਗੀ, ਸੜਿਆਂਦ, ਈਰਖਾ, ਨਫ਼ਰਤ ਤੋਂ ਕੁਝ ਲੱਭਣਾ ਹੀ ਨਹੀਂ, ਕਿਉਂਕਿ ਅਸੀਂ ਆਪਣੇ ਅੰਦਰ ਨੂੰ ਇੰਨਾ ਕੁ ਹੀ ਮੈਲਾ ਕਰ ਲਿਆ ਹੈ। ਤੋ ਸਤਿਗੁਰੂ ਕਹਿੰਦੇ ਫਿਰ ਜ਼ਿੰਦਗੀ ਦਾ ਆਨੰਦ ਕਿਵੇਂ ਮਾਣੇਗਾ? ਇਹ ਜੀਵਨ ਬਹੁਤ ਪਿਆਰਾ ਮਿਲਿਆ, ਇਹਨੂੰ ਰੰਗ ਰਲੀਆਂ ਮਾਣਨ ਵਾਸਤੇ ਨਹੀਂ ਮਿਲਿਆ, ਇਹ ਜੀਵਨ ਮਿਲਿਆ ਹੈ ਨਿਰੰਕਾਰ ਦੇ ਗੀਤ ਗਾਉਣ ਵਾਸਤੇ। ਕੋਇਲ ਸਾਰੀ ਉਮਰ ਗਾਉਂਦੀ ਹੈ, ਸਾਰੀ ਉਮਰ। ਬਾਬਾ ਫਰੀਦ ਜੀ ਕਹਿੰਦੇ, ਮੈਂ ਕੋਇਲ ਨੂੰ ਪੁੱਛਿਆ ਵੀ ਤੂੰ ਗਾਉਣੀ ਤੇ ਬੜਾ ਮਿੱਠਾ ਹੈ, ਪਰ ਕਾਲੀ ਕਿਉਂ ਐ ਇੰਨੀ? ਇਹ ਜਿਹੜੀ ਤੂੰ ਇੰਨੀ ਕਾਲੀ ਆ ਨਾ, ਮੈਨੂੰ ਤੇਰੇ ਵਿੱਚ ਇਹ ਕਾਲਾ ਅਵਗੁਣ ਨਹੀਂ ਲੱਗ ਰਿਹਾ, ਮੈਨੂੰ ਲੱਗ ਰਿਹਾ ਵੀ ਤੂੰ ਕੋਈ ਗੁਣ ਆ ਤੇਰੇ ਵਿੱਚ ਜਿਹਦਾ ਕਰਕੇ ਤੂੰ ਇੰਨੀ ਕਾਲੀ ਹੋਈ ਆ, ਤੇ ਮੈਨੂੰ ਇਹ ਜਵਾਬ ਮੈਂ ਤੇਰੇ ਕੋ ਅੱਜ ਲੈਣਾ ਹੈ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਕਿਹੜਾ ਗੁਣ ਆ ਤੇਰੇ ਵਿੱਚ ਜਿਹਦੇ ਕਰਕੇ ਤੂੰ ਬਾਹਰੋਂ ਇੰਨੀ ਕਾਲੀ ਆ ਤੇ ਮੂੰਹ ਇੰਨਾ ਮਿੱਠਾ ਕੂਕਦੀ ਆ? ਤੇ ਬਾਬਾ ਫਰੀਦ ਜੀ ਕਹਿੰਦੇ ਜਿਹੜਾ ਕੋਇਲ ਦਾ ਜਵਾਬ ਸੀ ਨਾ, ਉਹ ਮੈਨੂੰ ਹਿਲਾ ਕੇ ਰੱਖ ਗਿਆ। ਆਪਣੇ ਪ੍ਰੀਤਮ ਕੇ ਹੋਂ ਬਿਰਹੇ ਜਾਲੀ, ਮੈਂ ਕਾਲੀ ਤਾਂ ਹੋਈ ਆ, ਲੋਕੀ ਮੈਨੂੰ ਸੋਚਦੇ ਨੇ ਮੈਂ ਗਾਉਣੀ ਆ, ਲੋਕੀ ਮੇਰੇ ਇਸ ਗੀਤ ਨੂੰ ਸੁਣਦੇ ਨੇ, ਪਰ ਦਰਅਸਲ ਵਿਰਾਗ ਤੇ ਵਿਛੋੜੇ ਦੀ ਤੜਫ ਦੇ ਗੀਤ ਨੇ। ਅੰਦਰ ਇੱਕ ਅਹਿਸਾਸ ਹੈ ਕਿ ਮੈਂ ਵਿਛੜੀ ਹਾਂ, ਅੰਦਰ ਇੱਕ ਤੜਫ ਹੈ ਪ੍ਰੀਤਮ ਨੂੰ ਮਿਲਣ ਦੀ, ਬਸ ਉਹੀ ਮੇਰੇ ਅੰਦਰ ਵੈਰਾਗ ਪੈਦਾ ਕਰਦੀ ਹੈ। ਮੇਰੇ ਹਿਰਦੇ 'ਚੋਂ ਬੋਲ ਨਿਕਲਦੇ ਨੇ ਤੇ ਲੋਕੀ ਕਹਿੰਦੇ ਬੜਾ ਸੋਹਣਾ ਬੋਲਦੀ ਹੈ। ਹੁਣ ਸੱਚ ਜਾਣਿਓ, ਬਾਬਾ ਫਰੀਦ ਜੀ ਕਹਿੰਦੇ ਤੇਰੇ ਹਿਰਦੇ 'ਚੋਂ ਤੇ ਕਦੀ ਬੋਲ ਪ੍ਰਮਾਤਮਾ ਵਾਸਤੇ ਨਿਕਲਿਆ ਹੀ ਨਹੀਂ। ਆਪਾਂ ਕਈ ਵਾਰੀ ਕਹੀਏ ਨਾ, ਕਿਸੇ ਮਨੁੱਖ ਦੀ ਗੱਲ ਜਾ ਕੇ ਦਿਲ ਤੇ ਵੱਜਦੀ ਹੈ ਤੇ ਆਪਾਂ ਕਹਿੰਦੇ ਨੇ ਦਿਲੋਂ ਗੱਲ ਕੀਤੀ ਹੈ ਤਾਂ ਜਾ ਕੇ ਦਿਲ ਤੇ ਅਸਰ ਕੀਤੀ ਹੈ, ਤੇ ਜੇ ਕੋਈ ਜ਼ੁਬਾਨੀ ਕਲਾਮੀ ਬੋਲਦਾ ਰਹੇ ਸਾਨੂੰ ਉਹਦਾ ਅਸਰ ਨਹੀਂ ਹੁੰਦਾ, ਕਿਉਂਕਿ ਉਹ ਜੀਭ ਤੋਂ ਬੋਲ ਰਿਹਾ, ਉਹਦਾ ਆਪਣਾ ਮਨ ਉਹਦੇ ਵਿੱਚ ਨਹੀਂ ਹੈ, ਉਹਦਾ ਆਪਣਾ ਪਿਆਰ ਉਹਦੇ ਵਿੱਚ ਨਹੀਂ ਹੈ, ਉਹ ਜਸਟ ਇੱਕ ਕੇਵਲ ਜੀਭਾਂ ਨੂੰ ਵਰਤ ਰਿਹਾ ਹੈ। ਸਾਡੀ ਜ਼ਿੰਦਗੀ ਵੀ ਅਸੀਂ ਇਸੇ ਜਗ੍ਹਾ ਤੇ ਖੜੀ ਕੀਤੀ ਹੈ, ਮੂੰਹ ਤੇ ਬਹੁਤ ਕੁਝ ਬੋਲ ਰਹੇ ਹਾਂ, ਅੰਦਰ ਹੈ ਕੁਝ ਨਹੀਂ, ਖਾਲੀ ਪਿਆ ਅੰਦਰ, ਖੜਕਦਾ ਪਿਆ ਅੰਦਰ। ਸੱਚ ਜਾਣਿਓ, ਮੈਂ ਜੇ ਕਿਤੇ ਸਵੇਰੇ ਕਈ ਵਾਰੀ ਸੋਚਦਾ ਤੇ 5 ਮਿੰਟ ਵੀ ਲੇਟ ਹੋ ਜਾਵਾਂ ਨਾ, ਤੇ ਇੱਕ ਖਿੱਚ ਜੀ ਪੈਂਦੀ ਹੈ। ਮੈਂ ਕਹਿੰਦਾ ਮੇਰੇ ਸਤਿਗੁਰੂ ਨੇ ਬੜੀ ਕਿਰਪਾ ਕੀਤੀ ਹੈ ਕਿ ਰੋਜ਼ ਦਾ ਨਿਤਨੇਮ ਬਣਿਆ, ਰੋਜ਼ ਦੀ ਇੱਕ ਸ਼ਬਦ ਦੀ ਵਿਚਾਰ ਕਰਨ ਦਾ ਬੜਾ ਆਨੰਦ ਆਉਂਦਾ ਹੈ। ਤੇ ਜਦੋਂ ਇਹ ਪ੍ਰਕਿਰਿਆ ਪੂਰੀ ਹੋ ਜਾਂਦੀ ਨਾ, ਸਾਰਾ ਦਿਨ ਇੱਕ ਐਨਰਜੀ, ਇੱਕ ਪੋਜ਼ਿਟਿਵ ਵਿਚਾਰ ਜੀਵਨ ਵਿੱਚ ਰਹਿੰਦੀ ਹੈ ਕਿ ਅੱਜ ਕੁਝ ਕੁ ਸ਼ਬਦ ਸਿੱਖਿਆ ਗੁਰਮਤਿ ਦਾ। ਸੱਚ ਜਾਣਿਓ ਵੀਰ ਮੇਰਿਓ, ਪਿਆਰ ਗੁਰਬਾਣੀ ਨਾਲ ਕਰਕੇ ਵੇਖੋ, ਕਿਤੇ ਸਤਿਗੁਰੂ ਨੂੰ ਬਾਂਹ ਫੜਾ ਕੇ ਵੇਖੋ, ਕਿਤੇ ਆਪਣਾ ਜੀਵਨ ਸਤਿਗੁਰੂ ਨੂੰ ਸਮਰਪਣ ਕਰਕੇ ਵੇਖੋ, ਕਿਵੇਂ ਸਤਿਗੁਰੂ ਤੁਹਾਡੇ ਜੀਵਨ ਦੇ ਵਿੱਚ ਬਹਾਰਾਂ ਭਰ ਦਿੰਦੇ ਨੇ। ਕਿਤੇ ਗੁਰੂ ਨਾਲ ਪਿਆਰ ਤੇ ਕਰਕੇ ਵੇਖੋ, ਕਿਤੇ ਸਤਿਗੁਰੂ ਗੁਰੂ ਸ਼ਬਦ ਤੇ ਇੰਨਾ ਪਿਆਰਾ ਹੈ ਕਿ ਮਨੁੱਖ ਦੀ ਜਵਾਨੀ, ਮਨੁੱਖ ਦੀ ਜ਼ਿੰਦਗੀ, ਮਨੁੱਖ ਦੇ ਸੁਭਾਅ ਦੇ ਵਿੱਚ ਨਿਰਮਲਤਾ ਹੀ ਲਿਆ ਦਿੰਦਾ ਹੈ। ਤੋ ਸਾਹਿਬ ਅੱਜ ਦਾ ਜਿਹੜਾ ਪਾਵਨ ਸ਼ਬਦ ਹੈ, ਇਸ ਦੀਆਂ ਰਾਹਾਉ ਦੀਆਂ ਪੰਕਤੀਆਂ ਜਿਹੜੀਆਂ ਸ਼੍ਰੀ ਰਾਗ ਦਾ ਅੱਜ ਦਾ 24 ਨੰਬਰ ਸ਼ਬਦ ਹੈ, 23 ਨੰਬਰ ਅੰਗ ਹੈ ਗੁਰੂ ਗ੍ਰੰਥ ਸਾਹਿਬ ਦਾ। ਤੇ ਸਤਿਗੁਰੂ ਕਹਿੰਦੇ, ਰੰਗ ਮਾਣ ਲੈ ਪਿਆਰਿਆ ਜਾਂ ਜੋ ਬਨਨਾ ਹੁੱਲਾ। ਰੰਗ ਦਾ ਅਰਥ ਹੈ ਆਤਮਿਕ ਆਨੰਦ, ਖੇੜਾ, ਜਾਂ ਜਦ ਤੱਕ ਨਾ ਹੁੱਲਾ, ਨਵੇਂ ਹੁਲਾਰੇ ਵਾਲਾ। ਜਵਾਨੀ ਦੇ ਵਿੱਚ ਬਹੁਤ ਜੋਸ਼ ਹੁੰਦਾ, ਉਤਸ਼ਾਹ ਹੁੰਦਾ, ਮਨੁੱਖ ਹਰ ਇੱਕ ਵੱਡੇ ਤੋਂ ਵੱਡੇ ਕੰਮ ਨੂੰ ਬੜੀ ਛੇਤੀ ਨਿਬੇੜ ਲੈਂਦਾ ਹੈ, ਨਵੇਂ ਤੋਂ ਨਵੇਂ ਫੁਰਨੇ ਨੇ, ਆਈਡੀਆਜ਼ ਨੇ ਨਵੇਂ ਤੋਂ ਨਵੇਂ। ਸਤਿਗੁਰੂ ਕਹਿੰਦੇ ਆਹ ਜਿਹੜਾ ਹੁਲਾਰਾ ਵਾ ਨਾ ਤੇਰੇ ਜੀਵਨ 'ਚ ਆਉਂਦਾ, ਇਹ ਹੁਲਾਰਾ ਬੇਈਮਾਨੀ ਵਾਲੇ ਬੰਨੇ ਨਾ ਲਾ, ਨਾ ਆਹ ਹੁਲਾਰਾ ਕਿਸੇ ਦਾ ਨੁਕਸਾਨ ਕਰਨ ਵਾਲੇ ਬੰਨੇ ਨਾ ਲਾ, ਆਹ ਹੁਲਾਰਾ ਕਿਸੇ ਦਾ ਬਾਰੇ ਮਾੜਾ ਸੋਚਣ ਵਾਸਤੇ ਨਾ ਲਾ। ਇਸ ਜ਼ਿੰਦਗੀ ਨੂੰ ਜੇ ਆਨੰਦਮਈ ਜੀਉਣਾ ਚਾਹੁੰਦਾ ਤੇ ਇਸ ਹੁਲਾਰੇ ਨੂੰ ਮਾਨਵਤਾ ਦੇ ਭਲੇ ਵਾਸਤੇ ਲਾ। ਰੰਗ ਮਾਣ ਲੈ ਪਿਆਰਿਆ ਜਾਂ ਜੋ ਬਨਨਾ ਹੁੱਲਾ। हे ਪਿਆਰੇ, ਜਦ ਤੱਕ ਇਹ ਜਵਾਨੀ ਆ ਨਾ, ਇਹ ਹੁਲਾਰਾ ਹੈ, ਉਤਸ਼ਾਹ ਹੈ, ਪ੍ਰੇਮ ਹੈ, ਤਦ ਤੱਕ ਆਤਮਿਕ ਆਨੰਦ ਲੈ ਲਾ।
ਆਪਣੇ ਜੀਵਨ ਵਿੱਚ ਸੱਚ ਨੂੰ ਸਮੋ ਲਾ, ਤਾਂ ਕਿ ਬੁਢੇਪੇ ਵਿੱਚ ਜਾ ਕੇ ਜਦੋਂ ਬਿਰਧ ਹੋ ਜਾਵੇਂ ਤੇ ਇਸ ਪੈਨਸ਼ਨ ਨੂੰ ਖਾ ਸਕੇ, ਇਸ ਆਨੰਦ ਨੂੰ ਘਰ ਬਹਿ ਕੇ ਲੈ ਸਕੇ। ਆਪਣੀ ਜਵਾਨੀ ਨੂੰ ਰੋਲ ਨਾ, ਕਿਉਂਕਿ ਜੇ ਜਵਾਨੀ ਦੇ ਵਿੱਚ ਨਸ਼ਿਆਂ 'ਚ ਪੈ ਗਏ ਹੋ, ਜੇ ਜਵਾਨੀ ਦੇ ਵਿੱਚ, ਸਤਿਗੁਰੂ ਗੁਰਦੇਵ ਜੀ ਨੇ ਬੜੀ ਪਿਆਰੀ ਗੱਲ ਕਹੀ, ਕਹਿੰਦੇ ਇਸ ਮਨੁੱਖ ਦੀ ਇੱਕ ਹਿਸਟਰੀ ਖਿੱਚੀ ਲੰਬੀ। ਕਹਿੰਦੇ ਮੈਨੂੰ ਤੇ ਇਹਦੀ ਜ਼ਿੰਦਗੀ ਜਦੋਂ ਮੈਂ ਵੇਖਦਾ, ਨੇੜਿਓਂ ਹੋ ਕੇ ਵੇਖਦਾ ਇਸ ਮਨੁੱਖ ਦੀ ਜ਼ਿੰਦਗੀ, ਤੇ ਮੈਨੂੰ ਤੇ ਅੱਜ ਤੱਕ ਇਹ ਚੀਜ਼ਾਂ ਨਜ਼ਰ ਆਈਆਂ। ਪਹਿਲੇ ਪਿਆਰ ਲਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਚੌਥੇ ਖਾਣ ਪੀਣ ਕੀ ਧਾਤ, ਪੰਜਵੇਂ ਕਾਮ ਨਾ ਪੁੱਛੇ ਜਾਤ, ਸਤਵੇਂ ਸੰਝ ਕੀ ਆਕਰ ਵਾਸ, ਅੱਠਵੇਂ ਕ੍ਰੋਧ ਹੁਆ ਤਾਂ ਨਾਸ਼, ਨੌਵੇਂ ਧੌਲੇ ਉੱਬੇ ਸਾਹ, ਦਸਵਾਂ ਦੱਦਾ ਹੁਆ ਸਵਾ। ਕਹਿੰਦੇ ਆਹੀ ਆ ਹਿਸਟਰੀ ਇਸ ਮਨੁੱਖ ਦੀ, ਆਹੀ ਇੰਨਾ ਕੁ ਜੀਵਨ ਇਹਨੇ ਜੀਵਿਆ ਵਾ। ਤੇ ਇਸ ਜੀਵਨ ਚੋਂ ਹੁਣ ਬਚਪਨ ਤੋਂ ਲੈ ਕੇ ਬੁਢੇਪੇ ਤੱਕ ਇਹਨੂੰ ਪੁੱਛੋ ਤੂੰ ਦੂਜਿਆਂ ਵਾਸਤੇ ਅੱਜ ਤੱਕ ਕੀ ਕੀਤਾ ਹੈ? ਤੂੰ ਅੱਜ ਤੱਕ ਕਿਸੇ ਵਾਸਤੇ ਕੋਈ ਚੰਗੀ ਵਿਚਾਰ ਜੀਵਨ ਦੇ ਵਿੱਚ ਸੋਚੀ ਹੈ? ਇਹਨੂੰ ਕਿਤੇ ਪੁੱਛ ਕੇ ਦੇਖੋ ਤੇ ਇਹਦੀ ਹਿਸਟਰੀ ਫੋਲ ਕੇ ਦੇਖੋ। ਸੱਚ ਜਾਣੇ ਇਹਨੇ ਬੇਈਮਾਨੀਆਂ ਕੀਤੀਆਂ ਹੋਣਗੀਆਂ, ਧੱਕੇ ਕੀਤੇ ਹੋਣਗੇ, ਨਫ਼ਰਤ ਦੇ ਬੀਜ ਬੀਜੇ ਹੋਣਗੇ, ਈਰਖਾ ਦੇ ਬੋਲ ਸਿਖਾਏ ਹੋਣਗੇ, ਈਵਨ ਇੱਥੋਂ ਤੱਕ ਆਪਣੇ ਬੱਚਿਆਂ ਨੂੰ ਵੀ ਸਿਖਾਏ ਹੋਣਗੇ ਫਲਾਣੇ ਨੂੰ ਬੁਲਾਉਣਾ ਨਹੀਂ, ਉਹਦੇ ਵੱਲ ਵੇਖਣਾ ਨਹੀਂ, ਉਹਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਉਣੀ, ਉਹਨੂੰ ਫਤਿਹ ਨਹੀਂ ਬੁਲਾਉਣੀ, ਕਿਉਂਕਿ ਅੰਦਰ ਆਪਣੇ ਮੈਲ ਭਰੀ ਹੈ। ਜੇ ਘਰ ਦਾ ਬਾਪੂ, ਜੇ ਘਰ ਦੇ ਵਿੱਚ ਜੇ ਮੈਂ ਚੰਗਾ ਵਾਂ ਨਾ, ਜੇ ਮੈਂ ਗੁਰਮਤ ਨਾਲ ਜੁੜਿਆ ਤੇ ਮੈਂ ਆਪਣੇ ਬੱਚਿਆਂ ਨੂੰ ਉਵੇਂ ਜੋੜ ਜਾਵਾਂਗਾ। ਇਹ ਮੇਰੇ ਘਰ ਦੇ ਵਿੱਚ ਬੂਟਾ ਸਿੱਖੀ ਦਾ ਲੱਗ ਗਿਆ। ਪਰ ਜੇ ਮੈਂ ਆਪ ਹੀ ਗੁਰਮਤ ਦੀ ਮੈਨੂੰ ਪਰਿਭਾਸ਼ਾ ਨਹੀਂ ਪਤਾ, ਮੈਨੂੰ ਆਪ ਹੀ ਗੁਰਬਾਣੀ ਦਾ ਕੋਈ ਗਿਆਨ ਨਹੀਂ, ਮੈਨੂੰ ਸਿੱਖ ਹਿਸਟਰੀ ਬਾਰੇ ਕੋਈ ਨਹੀਂ ਪਤਾ, ਮੈਨੂੰ ਪਤਾ ਨਹੀਂ ਹਰੀ ਸਿੰਘ ਨਲੂਆ ਕੌਣ ਸੀ, ਮੈਨੂੰ ਪਤਾ ਨਹੀਂ ਨਵਾਬ ਕਪੂਰ ਸਿੰਘ ਕੌਣ ਸੀ, ਮੈਨੂੰ ਪਤਾ ਨਹੀਂ ਕਿ ਸਿੱਖਾਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ, ਤੇ ਮੈਂ ਆਪਣੇ ਬੱਚੇ ਨੂੰ ਕੀ ਸਿਖਾਊਂਗਾ? ਫਿਰ ਅਸੀਂ ਕਹਿੰਦੇ ਜੀ ਜਾ ਅੱਜ ਹੀ ਇੱਕ ਹੀ ਦਿਨ ਤੂੰ ਜਾ ਕੇ ਗੁਰਦੁਆਰਿਓਂ, ਅੱਜ ਹੀ ਤੂੰ ਜਾ ਕੇ ਗੁਰਦੁਆਰਿਓਂ ਸਾਰਾ ਇਤਿਹਾਸ ਸਿੱਖਿਆ। ਭਾਈ ਸਾਹਿਬ ਮੇਰੇ ਬੱਚੇ ਨੂੰ ਕੀਰਤਨ ਸਿਖਾ ਦਿਓ, ਭਾਈ ਸਾਹਿਬ ਮੇਰੇ ਬੱਚੇ ਨੂੰ ਕਥਾ ਸਿਖਾ ਦਿਓ, ਭਾਈ ਸਾਹਿਬ ਮੇਰੇ ਬੱਚੇ ਨੂੰ ਗੁਰਬਾਣੀ ਸਿਖਾ ਦਿਓ। ਭਾਈ ਸਾਹਿਬ ਤੇ ਸਿਖਾ ਦੇਣਗੇ, ਬੱਚੇ ਨੇ ਪਰਤ ਕੇ ਤੇ ਘਰੇ ਹੀ ਆਉਣਾ ਨਾ। ਜਦੋਂ ਬਾਪੂ ਨੂੰ ਸ਼ਰਾਬ ਦਾ ਪੈਮਾਨਾ ਖੜਕਾਉਂਦਿਆਂ ਸ਼ਾਮ ਨੂੰ ਵੇਖੇਗਾ, ਕਿ ਉਹਦੇ ਜੀਵਨ ਦੇ ਵਿੱਚ ਸੱਚ ਟਿਕ ਸਕੇਗਾ? ਇਹ ਝਾਤੀ ਮਾਰੀਏ ਜੀਵਨ 'ਚ, ਕਿਉਂਕਿ ਅਸੀਂ ਜਿਹੜੀ ਜ਼ਿੰਦਗੀ ਮਿਲੀ ਹੈ, ਜਿਹੜਾ ਜੀਵਨ ਮਿਲਿਆ, ਇਸ ਕੀਮਤੀ ਜੀਵਨ ਨੂੰ ਭਲੇ ਵਾਸਤੇ ਨਹੀਂ ਲਾਇਆ। ਸਭ ਕਹਿੰਦੇ ਜੇ ਜ਼ਿੰਦਗੀ ਦਾ ਆਨੰਦ ਲੈਣਾ ਚਾਹੁੰਦਾ ਨਾ, ਰੰਗ ਮਾਣ ਲੈ ਪਿਆਰਿਆ ਜਾਂ ਜੋ ਬਨ ਨਾ ਹੁੱਲਾ। ਕਹਿੰਦੇ ਆਤਮਿਕ ਆਨੰਦ ਲੈਣਾ ਚਾਹੁੰਦਾ ਤੇ ਇਸ ਜਵਾਨੀ ਤੇ ਸੰਭਾਲ, ਇਸ ਜਵਾਨੀ ਨੂੰ ਸੰਭਾਲ। ਇੱਥੇ ਜਿਹੜਾ ਨਾ ਜ਼ਿੰਦਗੀ ਦਾ ਜਿਹੜਾ ਤੇਰਾ ਪੁਆਇੰਟ ਆ, ਇਹਨੇ ਤੇਰੀ ਜ਼ਿੰਦਗੀ ਬਦਲਣੀ ਹੈ। ਟਰਨਿੰਗ ਪੁਆਇੰਟ ਇੱਥੇ ਆਉਣਾ ਹੈ। ਆਪਣੇ ਇਸ ਜੀਵਨ ਨੂੰ ਸੱਚ ਦੇ ਰਸਤੇ ਤੇ ਤੋਰ। ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ ਰਹਾਓ। ਕਹਿੰਦੇ ਵੇਖ ਉਮਰ ਲੰਘਦੀ ਜਾ ਰਹੀ ਹੈ। ਹਰ ਸਾਲ ਅਸੀਂ ਬਰਥਡੇ ਮਨਾਉਂਦੇ ਹਾਂ, ਜਨਮ ਦਿਨ ਮਨਾਉਂਦੇ ਹਾਂ, ਬੜੀ ਖੁਸ਼ੀ ਹੁੰਦੀ ਹੈ ਜੀ। ਅੱਜ 1 ਸਾਲ ਲੰਘ ਗਿਆ, 5 ਸਾਲ ਲੰਘ ਗਏ, ਅੱਜ ਕੋਈ ਕਹਿੰਦਾ ਜੀ ਮੇਰੇ 25 ਸਾਲ ਲੰਘ ਗਏ। ਕਦੀ ਵਿਚਾਰਿਓ 25 ਸਾਲ ਜ਼ਿੰਦਗੀ ਦੇ ਗੁਜ਼ਾਰ ਦਿੱਤੇ ਨੇ, 25 ਸਾਲ ਜ਼ਿੰਦਗੀ ਦੇ ਖਤਮ ਹੋ ਗਏ ਨੇ, ਮਾਈਨਸ ਹੋ ਗਏ ਨੇ। ਤੁਸੀਂ ਉਹ ਆਪਾਂ ਨਿੱਕੇ ਹੁੰਦੇ ਜਦੋਂ ਸਾਨੂੰ ਸਮਝ ਨਹੀਂ ਸੀ ਆਉਂਦਾ ਮੈਥ, ਤੇ ਜਾਂ ਅਸੀਂ ਮਾਈਨਸ ਪਲੱਸ ਤੇ ਜਦੋਂ ਗੱਲ ਕਰਨੀ ਹੁੰਦੀ ਸੀ, ਜੋੜਨ ਵਾਸਤੇ ਸਾਨੂੰ ਇੱਕ ਪ੍ਰਕਿਰਿਆ ਸਿਖਾਈ ਜਾਂਦੀ ਸੀ, ਲੀਕਾਂ ਮਾਰ ਲਓ, ਲੀਕਾਂ ਮਾਰ ਲਓ ਪੇਪਰ ਤੇ। ਲੀਕਾਂ ਮਾਰ ਲੀਆਂ ਜਾਂਦੀਆਂ ਸੀ, ਲਾਈਨਾਂ ਮਾਰ ਲੀਆਂ ਜਾਂਦੀਆਂ ਸੀ। ਹੁਣ ਕਹਿੰਦੇ ਇਹਦੇ ਵਿੱਚੋਂ 25 ਘਟਾ ਦਿਓ ਜਾਂ 5 ਘਟਾ ਦਿਓ, 5 ਘਟਾ ਤੇ ਬਾਕੀ ਕਿੰਨੇ ਰਹਿ ਗਏ? ਪਰ ਆਹ ਜਿਹੜੀ ਜ਼ਿੰਦਗੀ ਆ ਨਾ, ਇਹਦੇ ਵਿੱਚ ਲੀਕਾਂ ਤੇ ਰੋਜ਼ ਵੱਜ ਰਹੀਆਂ ਨੇ, ਪਰ ਅਗਲੀਆਂ ਲੀਕਾਂ ਵੱਜਣੀਆਂ ਕਿ ਨਹੀਂ ਵੱਜਣੀਆਂ ਇਹ ਨਹੀਂ ਪਤਾ। ਘਟਾਉਣਾ ਕਿ ਇਹਦੇ ਵਿੱਚੋਂ ਇਹ ਨਹੀਂ ਪਤਾ। ਬਸ ਇੰਨਾ ਪਤਾ ਹੈ ਕਿ ਅੱਜ 25 ਘਟ ਗਏ ਨੇ ਜਾਂ 10 ਘਟ ਗਏ ਨੇ, ਇਹ ਤੋਂ ਅੱਗੇ ਇੱਕ ਸਵਾਸ ਆਉਣਾ ਕਿ ਨਹੀਂ ਆਉਣਾ ਇਹ ਨਹੀਂ ਪਤਾ। ਤੇ ਸਤਿਗੁਰੂ ਕਹਿੰਦੇ ਫਿਰ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ। ਕਹਿੰਦੇ ਚੇਤਾ ਰੱਖੀ ਉਮਰ ਦੇ ਦਿਨ ਬੜੇ ਥੋੜੇ ਨੇ, ਸਰੀਰਿਕ ਚੋਲਾ ਪੁਰਾਣਾ ਹੁੰਦਾ ਜਾ ਰਿਹਾ, ਕੱਪੜੇ ਪੁਰਾਣੇ ਹੁੰਦੇ ਜਾਂਦੇ ਨਾ, ਫਟ ਜਾਂਦੇ ਨੇ, ਅਸੀਂ ਸੁੱਟ ਦਿੰਦੇ ਹਾਂ, ਨਵੇਂ ਪਾ ਲੈਂਦੇ ਹਾਂ, ਪਰ ਆ ਸਰੀਰ ਦਾ ਚੋਲਾ ਇੱਕ ਹੀ ਵਾਰੀ ਲੱਥਣਾ ਹੈ, ਦੁਬਾਰਾ ਨਹੀਂ ਮਿਲਣਾ। ਇਸ ਸਰੀਰ ਨੂੰ ਸੰਭਾਲ। ਸਾਹਿਬ ਕਹਿੰਦੇ ਤੇਰੇ ਸਰੀਰ ਰੂਪੀ ਚੋਲਾ ਬਿਰਧ ਹੁੰਦਾ ਜਾ ਰਿਹਾ ਹੈ, ਭਾਈ ਇਹਦੀ ਕਦਰ ਪਾ ਲਾ। ਆਪਣੇ ਇਸ ਉਮਰ ਦੇ ਪੜਾਵਾਂ ਨੂੰ ਸੱਚ ਵਾਲੇ ਬੰਨੇ ਲਾ ਲਾ।
ਕੁਝ ਕਿਤੇ ਸੰਭਲ ਜਾ, ਜ਼ਿੰਦਗੀ 'ਚ ਕੁਝ ਤੇ ਕਹਿ ਸਕੇ ਕਿ ਹਾਂ ਮੈਂ ਕੁਝ ਕੀਤਾ, ਕਿਤੇ ਫਕਰ ਕਰ ਸਕੇ ਆਪਣੇ ਆਪ ਤੇ ਕਿ ਮੈਂ ਕੋਈ ਸੱਚ ਦੀ ਜ਼ਿੰਦਗੀ ਵੀ ਜੀਵੀ ਹੈ। ਤੇ ਸਾਹਿਬ ਕਹਿੰਦੇ ਪਹਿਲਾ ਬੰਦ ਹੈ ਪਾਵਨ ਸ਼ਬਦ ਦਾ, ਕਹਿੰਦੇ ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ। ਕਹਿੰਦੇ ਚੇਤਾ ਰੱਖੀ, ਧਨ ਜਵਾਨੀ ਇਹ ਨਿੱਕਾ ਜਿਹਾ ਫੁੱਲ ਆ। ਜਿਵੇਂ ਫੁੱਲ ਖਿੜਦਾ ਨਾ, ਜਦੋਂ ਫੁੱਲ ਖਿੜ ਜਾਂਦਾ ਤੇ ਉਹਦੀ ਉਮਰ ਘਟ ਜਾਂਦੀ ਹੈ, ਨਾਲ ਹੀ ਉਹਦੀ ਮੌਤ ਹੈ, ਅੱਜ ਹੋ ਜੇ ਕੱਲ ਹੋ ਜੇ। ਸਭ ਕਹਿੰਦੇ ਚੇਤਾ ਇੰਨਾ ਕੁ ਰੱਖੀ, ਧਨ ਜਵਾਨੀ ਧਨ ਜੋਬਨ ਅਰ ਫੁੱਲੜਾ। ਧਨ ਤੇ ਜਵਾਨੀ ਇਹ ਇੱਕ ਫੁੱਲ ਦੀ ਨਿਆਈ ਆ। ਜਿਵੇਂ ਇੱਕ ਫੁੱਲ ਉਪਜਦਾ ਤੇ ਮਿਟ ਜਾਂਦਾ, ਨਾਠੀ ਅੜੇ ਦਿਨ ਚਾਰ। ਕਹਿੰਦੇ ਇਵੇਂ 4 ਦਿਨ ਹੀ ਹਨ ਜ਼ਿੰਦਗੀ ਦੇ, ਨਾ ਇਹ ਧਨ ਰਹਿਣਾ ਨਾਲ, ਨਾ ਇਹ ਜਵਾਨੀ ਰਹਿਣੀ ਹੈ ਨਾਲ, ਨਾ ਇਹ ਸਰੀਰ ਰਹਿਣਾ ਹੈ ਨਾਲ। ਬਾਬਾ ਫਰੀਦ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਫਰੀਦਾ ਇੰਨੀ ਨਿੱਕੀ ਜੰਗੀਆਂ ਥਲ ਡੂੰਗਰ ਪਿਓ। ਬੜੇ ਲੰਬੇ ਲੰਬੇ ਪਹਾੜ ਸਰ ਕੀਤੇ। ਜਦੋਂ ਇਸ ਸਰੀਰ ਦੇ ਵਿੱਚ ਤਾਕਤ ਸੀ, ਜਵਾਨੀ ਸੀ, ਪੈਰਾਂ ਪਰ ਲੱਤਾਂ ਭਾਰ ਝੱਲਦੀਆਂ ਸਨ, ਪਹਾੜਾਂ ਦੀਆਂ ਕਲੰਦਰਾਂ ਖੋਜ ਛੱਡੀਆਂ, ਚੋਟੀਆਂ ਤੇ ਪਹਾੜਾਂ ਦੇ ਜਾ ਚੜੇ। ਪਰ ਕਹਿੰਦੇ ਅੱਜ ਪਤਾ ਹਾਲਾਤ ਕੀ ਬਣੇ ਨੇ। ਅੱਜ ਫਰੀਦੇ ਕੂਜੜਾ ਸੇ ਕੋਹਾਂ ਥੀਓ। ਅੱਜ ਲਾਗੇ ਪਿਆ ਪਾਣੀ ਦਾ ਕੁੱਜਾ ਵੀ ਬੜਾ ਦੂਰ ਲੱਗਦਾ, ਕੋਈ ਪਾਣੀ ਦਾ ਗਲਾਸ ਕਿਤੇ ਆ ਕੇ ਕੋਈ ਹੱਥ 'ਚ ਹੀ ਫੜਾਵੇ, ਲਾਗੇ ਪਿਆ ਬੜਾ ਦੂਰ ਲੱਗਦਾ। ਕਿਉਂਕਿ ਇਹ ਜ਼ਿੰਦਗੀ ਬਹੁਤ ਛੋਟੀ ਹੈ। ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ। ਧਨ ਜਵਾਨੀ ਸਭ ਕਹਿੰਦੇ ਇਹ ਨਿੱਕਾ ਜਿਹਾ ਫੁੱਲ ਹੈ, 4 ਦਿਨ ਦਾ ਪ੍ਰਾਹੁਣਾ ਹੈ, ਫਿਰ ਇਹਨੇ ਮਿਟ ਜਾਣਾ ਹੈ। ਪੱਬਣ ਕੇਰੇ ਪੱਤ ਜਿਉਂ ਢਲ ਢੁੱਲ ਜੁਮਣਹਾਰ। ਹੁਣ ਉਦਾਹਰਨ ਦਿੱਤੀ ਹੈ। ਪੱਬਣ ਦਾ ਅਰਥ ਹੈ ਪਾਣੀ ਦਾ ਕੰਢਾ, ਦਰਿਆ ਦਾ ਕੰਢਾ। ਕਹਿੰਦੇ ਕਦੀ ਪਾਣੀ ਦੇ ਕੰਢੇ ਉੱਤੇ ਝਾਤੀ ਮਾਰਿਓ, ਕਿਤੇ ਤੁਰਦੇ ਤੁਰਦੇ ਕਿਸੇ ਪੂਲ ਦੇ ਕੰਢੇ ਤੇ ਚੌਪੱਤੀ 4 ਪੱਤੀਆਂ ਵਾਲੀ ਇੱਕ ਬੂਟੀ ਉੱਗੀ ਹੁੰਦੀ ਉਹਦੇ ਆਲੇ ਦੁਆਲੇ। ਸਭ ਕਹਿੰਦੇ ਜਿਵੇਂ ਚੌਪੱਤੀ ਦੇ ਪੱਤਰ ਪਾਣੀ ਦੇ ਢਲ ਜਾਣ ਦੇ ਨਾਲ, ਜਦੋਂ ਪਾਣੀ ਉਹਦੇ ਸੀਮਾ ਤੇ ਹੁੰਦਾ, ਕਿਨਾਰਿਆਂ ਤੇ ਹੁੰਦਾ, ਤੇ ਉਹ ਬੜੀ ਜੋਬਨ 'ਚ ਮਹਿਕਦੀ ਹੈ। ਪਰ ਜਦੋਂ ਪਾਣੀ ਅਗਾਂਹ ਤੁਰ ਜਾਂਦਾ ਨਾ ਤੇ ਉਹ ਸੁੱਕ ਜਾਂਦੀ ਹੈ। ਸਭ ਕਹਿੰਦੇ ਇਵੇਂ ਜ਼ਿੰਦਗੀ ਹੈ। ਪੱਬਣ ਕੇਰੇ ਪੱਤ ਜਿਉਂ ਢਲ ਢੁੱਲ ਜੁਮਣਹਾਰ। ਕਹਿੰਦੇ ਜਿਵੇਂ ਚੌਪੱਤੀ ਦੇ ਪੱਤਰ ਪਾਣੀ ਦੇ ਢਲ ਜਾਣ ਦੇ ਨਾਲ ਸੁੱਕ ਜਾਂਦੇ ਹਨ, ਉਹਨਾਂ ਦਾ ਨਾਸ਼ ਹੋ ਜਾਂਦਾ ਹੈ। ਕਹਿੰਦੇ ਚੇਤਾ ਰੱਖੀ, ਇਵੇਂ ਹੀ ਜਦ ਤੱਕ ਇਸ ਜ਼ਿੰਦਗੀ ਰੂਪੀ ਸਵਾਸਾਂ ਰੂਪੀ ਪਾਣੀ ਇਸ ਸਰੀਰ ਦੇ ਵਿੱਚ ਚੱਲ ਰਿਹਾ ਨਾ, ਤਦ ਤੱਕ ਇਹ ਜ਼ਿੰਦਗੀ ਹਰੀ ਭਰੀ ਹੈ। ਜਿੱਦਣ ਇਹ ਪਾਣੀ ਨਿਕਲ ਗਿਆ, ਇਹ ਸਵਾਸ ਨਿਕਲ ਗਏ, ਇਹਨੇ ਵੀ ਸੁੱਕ ਮੁੱਕ ਜਾਣਾ ਹੈ, ਖਤਮ ਹੋ ਜਾਣਾ ਹੈ। ਰੰਗ ਮਾਣ ਲੈ ਪਿਆਰਿਆ ਜਾਂ ਜੋ ਬਨ ਨਾ ਹੁੱਲਾ। ਕਹਿੰਦੇ ਫਿਰ ਪਿਆਰੇ, ਹੇ ਮੇਰੇ ਵੀਰ, ਇਸ ਜਵਾਨੀ ਦਾ ਆਨੰਦ ਸਿੱਧੇ ਬੰਨੇ ਲੈ। ਪੱਬਾਂ ਕਲੱਬਾਂ ਸ਼ਰਾਬ ਦੇ ਪੈਮਾਨਿਆਂ ਵਿੱਚ ਨਹੀਂ, ਨਸ਼ਿਆਂ ਦੇ ਵਿੱਚ ਨਹੀਂ, ਟੀਕਿਆਂ ਦੇ ਵਿੱਚ ਨਹੀਂ, ਗੋਲੀਆਂ ਦੇ ਵਿੱਚ ਨਹੀਂ। ਇਹ ਜਵਾਨੀ ਦਾ ਜੇ ਆਨੰਦ ਲੈਣਾ ਚਾਹੁੰਦਾ, ਕਿਤੇ ਗੁਰੂ ਸ਼ਬਦ ਦਾ ਆਨੰਦ ਲੈ ਕੇ ਵੇਖ, ਕਿਤੇ ਸੱਚ ਦੇ ਰਸਤੇ ਤੇ ਤੁਰ ਕੇ ਵੇਖ, ਕਿਤੇ ਮਾਨਵਤਾ ਦਾ ਭਲਾ ਕਰਕੇ ਵੇਖ, ਕਿਤੇ ਆਪਣੀ ਜਵਾਨੀ ਨੂੰ ਗੁਰਮਤ ਦੇ ਗਾਡੀ ਰਾਹ ਤੇ ਤੋਰ ਕੇ ਵੇਖ। ਕਿੰਨਾ ਆਤਮਿਕ ਆਨੰਦ ਤੇ ਖੁਸ਼ੀ ਤੇਰੇ ਜੀਵਨ ਵਿੱਚ ਆਵੇਗੀ। ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਾ ਹੁੱਲਾ। ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ। ਕਹਿੰਦੇ ਵੇਖ ਜ਼ਿੰਦਗੀ ਤੇਰੀ ਉਮਰ ਨਿਤ ਘਟਦੀ ਜਾ ਰਹੀ ਹੈ। ਇਸ ਸਰੀਰ ਰੂਪੀ ਚੋਲਾ ਪੁਰਾਣਾ ਹੁੰਦਾ ਜਾ ਰਿਹਾ ਹੈ। ਹਜੇ ਵੀ ਸੰਭਲ ਜਾ, ਸਮਝ ਜਾ, ਆਪਣੇ ਜੀਵਨ ਨੂੰ ਸੱਚ ਦੇ ਰਸਤੇ ਤੇ ਤੋਰ ਲਾ। ਸੱਜਣ ਮੇਰੇ ਰੰਗੁਲੇ ਜਾਏ ਸੁੱਤੇ ਜੀਰਾਣ। ਸਤਿਗੁਰੂ ਕਹਿੰਦੇ ਬੜੇ ਮੇਰੇ ਨਾਲ ਜਿਹੜੇ ਰਹਿੰਦੇ ਸਨ, ਮੇਰੇ ਮਿੱਤਰ ਸਨ, ਮੇਰੇ ਨਾਲ ਬਹਿੰਦੇ ਸਨ, ਇੱਕ ਇੱਕ ਕਰਕੇ ਸਾਥ ਛੱਡ ਗਏ, ਇੱਕ ਇੱਕ ਕਰਕੇ ਮੇਰੇ ਤੋਂ ਦੂਰ ਹੁੰਦੇ ਚਲੇ ਗਏ ਤੇ ਕਬਰਸਤਾਨ ਦੇ ਵਿੱਚ ਜਾ ਸੁੱਤੇ। ਕੋਈ ਸਵਾਸ ਛੱਡ ਕੇ ਕਿਸੇ ਦੀ ਮੌਤ ਹੋ ਗਈ,
ਸਵਾਸ ਛੱਡ ਕੇ ਤੇ ਕਬਰਸਤਾਨ ਤੱਕ ਉਹਨਾਂ ਦੀ ਯਾਤਰਾ ਚਲੀ ਗਈ। ਹੰਬੀ ਵੰਜਾਂ ਡੂਮਣੀ ਰੋਵਾਂ ਚੀਨੀ ਬਾਣ, ਤੇ ਮੈਂ ਉਹਨਾਂ ਦੇ ਵਿਛੋੜੇ ਵਿੱਚ ਕਦੀ ਵਾਰੀ ਧੀਮੀ ਧੀਮੀ ਆਵਾਜ਼ ਵਿੱਚ ਰੋ ਲੈਂਦੀ ਹਾਂ। ਜੀਵ ਇਸਤਰੀ ਕਹਿੰਦੀ ਹੈ ਮੈਂ ਰੋ ਲੈਂਦੀ ਹਾਂ। ਉਹ ਮੇਰੀਆਂ ਸਖੀਆਂ ਜਿਹੜੀਆਂ ਮੇਰੇ ਨਾਲ ਬਹਿ ਕੇ ਗੀਤ ਗਾਉਂਦੀਆਂ ਸਨ, ਸਿਫਤ ਸਲਾਹ ਕਰਦੀਆਂ ਸਨ, ਉਹ ਹੌਲੀ ਹੌਲੀ ਮੇਰਾ ਸਾਥ ਛੱਡ ਗਈਆਂ ਨੇ। ਹੁਣ ਮੇਰੇ ਨਾਲ ਕੋਈ ਨਹੀਂ ਆ। ਮੈਂ ਵੀ ਰੋਨੀ ਆ, ਪਰੇਸ਼ਾਨ ਹੁੰਨੀ ਆ। ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ। ਮੈਂ ਤੂੰ ਚਿੱਤੀ 'ਚ ਆ। ਹੰਬੀ ਵੰਜਾਂ ਡੂਮਣੀ ਰੋਵਾਂ ਚੀਨੀ ਬਾਣ। ਮੈਂ ਉਹਨਾਂ ਦੇ ਵਿਛੋੜੇ ਵਿੱਚ ਧੀਮੀ ਆਵਾਜ਼ ਵਿੱਚ ਰੋ ਲੈਂਦੀ ਹਾਂ, ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਮੈਂ ਕੀ ਕਰਾਂ, ਕਿੱਧਰਲੇ ਬੰਨੇ ਤੁਰਾਂ। ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ। ਸਾਹਿਬ ਕਹਿੰਦੇ ਹੇ ਸੁੰਦਰ ਜੀਵ ਇਸਤਰੀਏ, ਤੂੰ ਧਿਆਨ ਨਾਲ ਇਹ ਖਬਰ ਕਿਉਂ ਨਹੀਂ ਸੁਣਦੀ, ਇਹ ਗੱਲ ਗੁਰਬਾਣੀ ਦੀ ਕਿਉਂ ਨਹੀਂ ਸੁਣਦੀ। ਲੱਗੀ ਆਵੇਂ ਸਹੁਰੇ ਨਿਤ ਨ ਪਈਆ ਹੋਏ। ਚੇਤਾ ਰੱਖੀ, ਸਦੀਵੀ ਪੇਕੇ ਘਰ ਦੇ ਵਿੱਚ ਵਸੇਬਾ ਨਹੀਂ ਹੋ ਰਹਿੰਦਾ। ਸਦੀਵੀ ਪੱਕੇ ਘਰ ਦੇ ਵਿੱਚ ਨਹੀਂ ਰਿਹਾ ਜਾਂਦਾ, ਸਹੁਰੇ ਘਰ ਨੂੰ ਜਾਣਾ ਹੀ ਪੈਂਦਾ ਹੈ। ਇਹ ਜ਼ਿੰਦਗੀ ਇੱਥੇ ਪੱਕੀ ਨਹੀਂ ਰਹਿਣੀ, ਆਖਰ ਇਸ ਸਰੀਰ ਨੂੰ ਛੱਡ ਕੇ ਜਾਣਾ ਹੀ ਪੈਣਾ ਹੈ। ਆਪਾਂ ਨਾ ਇੱਥੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਆਪਾਂ ਫਿਊਨਰਲ ਹਾਊਸ 'ਤੇ ਜਾਂਦੇ ਹਾਂ ਅਤੇ ਜਾਂ ਅਸੀਂ ਸ਼ਮਸ਼ਾਨ ਘਾਟ ਵਿੱਚ ਜਾਂਦੇ ਹਾਂ ਅਤੇ ਅਸੀਂ ਉੱਥੇ ਆਪਣੇ ਕੋਈ ਸਾਡਾ ਪਰਮ ਮਿੱਤਰ, ਕੋਈ ਪਿਆਰਾ, ਕੋਈ ਵਿਛੜ ਜਾਂਦਾ ਹੈ ਅਤੇ ਅਸੀਂ ਉਹਦੀ ਅੰਤਮ ਅਰਦਾਸ 'ਤੇ ਪਹੁੰਚਦੇ ਹਾਂ। ਇਹਦਾ ਮਤਲਬ ਪਤਾ ਕੀ ਹੈ ਵੀ ਸਾਨੂੰ ਰੱਬ ਚੇਤੇ ਆ ਜਾਏ ਉੱਥੇ ਵੀ ਆਹ ਹੀ ਆ ਮੇਰਾ ਘਰ, ਇੱਥੇ ਹੀ ਆਉਣਾ ਮੈਂ ਇੱਕ ਦਿਨ। ਪਰ ਮੈਂ ਦੇਖਦਾ ਮਨੁੱਖਾਂ ਨੂੰ, ਦੇਖਦਾ ਬੜੇ ਪਖੰਡ ਕਰਦੇ ਨੇ, ਬੜਾ ਝੂਠੇ ਕਈ ਬਹੁਤ ਹੀ ਕੋਈ ਘੱਟ ਨੇ ਜਿਹੜੇ ਦਿਲੋਂ ਰੋਂਦੇ ਹੋਣਗੇ ਕਿਸੇ ਦੇ ਵਿਛੋੜੇ ਦੇ। ਬਹੁਤਾਤ ਤੇ ਲੋਕੀ ਸਿਰਫ ਫਾਰਮੈਲਿਟੀ ਅਦਾ ਕਰਨ ਜਾਂਦੇ ਨੇ, ਫਾਰਮਲ ਬਣ ਕੇ ਜਾਂਦੇ ਨੇ, ਬਈ ਨਹੀਂ ਜੀ ਚਲੋ ਮਰ ਗਿਆ ਕੋਈ, ਜਾ ਆਈਏ ਘੜੀ, ਕੀ ਕਹੂਗਾ ਅਗਲਾ, ਆਇਆ ਹੀ ਨਹੀਂ। ਇੱਥੇ ਆ ਕੇ ਜ਼ਿੰਦਗੀ ਖੜ ਗਈ ਹੈ ਸਾਡੀ, ਇੱਥੇ ਆ ਕੇ ਜੀਵਨ ਖੜ ਗਿਆ। ਸਾਹਿਬ ਕਹਿੰਦੇ ਚੇਤਾ ਰੱਖੀ, ਇੱਕ ਦਿਨ ਤੂੰ ਵੀ ਤੁਰ ਪੈਣਾ, ਤੂੰ ਵੀ ਇੱਥੇ ਸਦੀਵੀ ਨਹੀਂ ਰਹਿਣਾ। ਲੱਗੀ ਆਵੇ ਸਹੁਰੇ ਨਿਤ ਨ ਪਈਆ ਹੋਏ। ਪਈਆ ਦਾ ਅਰਥ ਹੈ ਪੇਕੇ ਘਰ। ਇੱਕ ਦਿਨ ਸਾਰਿਆਂ ਨੇ ਸਭਨਾ ਸਹੁਰੇ ਵੰਜਣਾ, ਸਭ ਮੁਕਲਾਵਣਹਾਰ, ਸਾਰਿਆਂ ਨੇ ਇਸ ਸੰਸਾਰ ਰੂਪੀ ਪੇਕੇ ਘਰ ਨੂੰ ਛੱਡ ਜਾਣਾ ਹੈ ਤੇ ਇਸ ਸੰਸਾਰ ਤੋਂ ਕੂਚ ਕਰਕੇ ਨਿਰੰਕਾਰ ਕੇ ਦੇਸ਼ ਪਹੁੰਚ ਜਾਣਾ ਹੈ। ਨਾਨਕ ਸੁੱਤੀ ਪਈ ਐ ਜਾਣ ਵਿਰਤੀ ਸਨ। ਹੇ ਗਾਫਲ ਜੀਵ ਇਸਤਰੀਏ, ਹੇ ਵਿਕਾਰਾਂ ਵਿੱਚ ਡੁੱਬੀ ਹੋਈ, ਮਾਇਆ ਦੇ ਮੋਹ ਵਿੱਚ ਫਸੀ ਹੋਈ ਹੇ ਜੀਵ, ਇਹ ਕਿਉਂ ਗਫਲਤ ਦੀ ਨੀਂਦ ਵਿੱਚ ਸੁੱਤੀ ਪਈਆਂ? ਕਿਉਂ ਨਹੀਂ ਉੱਠਦੀ, ਕਿਉਂ ਨਹੀਂ ਜਾਗਦੀ, ਕਿਉਂ ਨਹੀਂ ਸਮਝਦੀ? ਕਿਉਂਕਿ ਦਿਨ ਦਿਹਾੜੇ ਤੈਨੂੰ ਸੰਨ ਲਾ ਕੇ ਚੋਰ ਲੁੱਟਦੇ ਪਏ ਹਨ। ਕਿਹੜੇ ਚੋਰ? ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋਏ ਨਾ ਸੁਣੇ ਪੁਕਾਰਾ। ਨਿਤ ਲੁੱਟਦੇ ਪਏ ਨੇ ਵਿਕਾਰ, ਅੰਦਰੋਂ ਅੰਮ੍ਰਿਤ ਜਿਹੜਾ ਸੱਚ ਇਕੱਠਾ ਕੀਤਾ ਹੈ ਉਹ ਲੁੱਟ ਕੇ ਲੈ ਜਾਂਦੇ ਹਨ। ਨਾਨਕ ਸੁੱਤੀ ਪਈ ਹੈ ਜਾਣ ਵਿਰਤੀ ਸਨ। ਸਭ ਕਹਿੰਦੇ ਹੇ ਨਾਨਕ, ਇਹ ਜਿਹੜੀ ਜੀਵਨ ਇਸਤਰੀ ਪੇਕੇ ਘਰ ਦੇ ਵਿੱਚ ਗਫਲਤ ਦੀ ਨੀਂਦ ਵਿੱਚ ਸੁੱਤੀ ਪਈ ਹੈ ਸੰਸਾਰ ਦੇ ਵਿੱਚ ਕਿ ਮੈਂ ਨਹੀਂ ਮਰਨਾ, ਬਾਕੀ ਭਾਵੇਂ ਸਾਰੇ ਮਰ ਜਾਣ। ਨਿਤ ਈਰਖਾ, ਨਿਤ ਨਫ਼ਰਤ, ਨਿਤ ਬੇਈਮਾਨੀ ਦੀ ਵਪਾਰ ਵਿੱਚ ਲੱਗੀ ਹੋਈ ਹੈ। ਸਤਿਗੁਰੂ ਕਹਿੰਦੇ ਚੇਤਾ ਰੱਖ, ਤੈਨੂੰ ਲੁੱਟੀ ਜਾ ਰਹੀ ਹੈ, ਤੂੰ ਲੁੱਟਿਆ ਜਾ ਰਿਹਾ ਹੈ, ਤੈਨੂੰ ਨਿਤ ਬਰਬਾਦ ਹੋ ਰਹੀ ਹੈ ਤੂੰ। ਕਿਉਂ ਨਹੀਂ ਸਮਝਦੀ? ਸਮਝ ਜਾ, ਤੇਰੇ ਘਰ ਨੂੰ ਲੁੱਟਿਆ ਜਾ ਰਿਹਾ ਤੇ ਲੁੱਟਣ ਵਾਲੇ ਬੈਠੇ ਨੇ ਤੇਰੇ ਅੰਦਰ ਹੀ। ਕਾਮ ਕ੍ਰੋਧ ਲੋਭ ਮੋਹ ਹੰਕਾਰ। ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ। ਕਮਾਲ ਆ, ਕਮਾਲ ਆ। ਹੇ ਮੇਰੇ ਪਾਤਸ਼ਾਹ, ਕਿਤੇ ਸਮਝ ਆ ਜਾਵੇ ਨਾ ਸਾਨੂੰ। ਸਾਹਿਬ ਕਹਿੰਦੇ ਜਿਨ੍ਹਾਂ ਨੇ ਗੁਣਾਂ ਦੀਆਂ ਗੰਠੜੀਆਂ ਜਿਹੜੀਆਂ ਸਨ, ਜੋ ਗੁਣਾਂ ਦੀਆਂ ਗੰਢੜੀਆਂ ਬੰਨਣੀਆਂ ਸਨ ਘਰ ਵਿੱਚ, ਜੋ ਗੁਣ ਬੰਨ ਕੇ ਘਰ ਰੱਖਣੇ ਸਨ, ਉਹ ਤੇ ਛੱਡ ਦਿੱਤੇ।
ਤੇ ਕੀ ਕੀਤਾ, ਅਵਗੁਣਾਂ ਦੀਆਂ ਗੰਢਾਂ ਬੰਨ੍ਹ ਕੇ ਘਰ ਰੱਖ ਲਈਆਂ। ਕਿਸੇ ਨੂੰ ਪੁੱਛ ਲਓ ਕਿ ਕਿਸੇ ਬਾਰੇ, ਮਨੁੱਖ ਝੱਟ ਉਹਦੇ ਅਵਗੁਣ ਫਰੋਲ ਦੂਗਾ। ਉਹ ਯਾਰ ਤੁਸੀਂ ਛੱਡੋ ਪਰੇ, ਉਹ ਫਲਾਨਾ ਤੇ ਇਹੋ ਜਿਹਾ, ਝੱਟ ਅਵਗੁਣਾਂ ਦੀਆਂ ਗੰਢਾਂ ਖੋਲ ਕੇ ਰੱਖ ਦੂਗਾ। ਪਰ ਉਹਨੂੰ ਪੁੱਛ ਲਓ ਵੀ ਉਹਦਾ ਕੋਈ ਗੁਣ ਵੀ ਦੱਸ ਦੇ। ਹੁਣ ਗੁਣ ਵੇਖਿਆ ਹੋਵੇ ਤੇ ਕਿਤੇ ਗੁਣ ਦੱਸੇ, ਲੱਭੇ ਤੇ ਅਵਗੁਣ ਹੀ ਨਹੀਂ ਨਾ। ਸਾਡੀ ਤਰਾਸਦੀ ਪਤਾ ਸਾਡੀ ਮਨੁੱਖਤਾ ਦੀ ਕੀ ਹੈ, ਅਸੀਂ ਆਪਣੇ ਗੁਣ ਲੋਕਾਂ ਨੂੰ ਦੱਸਣੇ ਚਾਹੁੰਦੇ ਹਾਂ ਤੇ ਦੂਜੇ ਦੇ ਅਵਗੁਣ ਲੱਭਣੇ ਚਾਹੁੰਦੇ ਹਾਂ। ਚਾਹੀਦਾ ਤੇ ਇਹ ਸੀ ਆਪਣੇ ਅਵਗੁਣ ਲੱਭਦੇ ਤੇ ਦੂਜੇ ਦੇ ਗੁਣਾਂ ਦੀ ਸਿਫਤ ਸਲਾਹ ਕਰਦੇ। ਬਾਬਾ ਕਬੀਰ ਜੀ ਕਹਿੰਦੇ ਨਾ, ਚੇਤਾ ਰੱਖੀ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ। ਕਿਤੇ ਗੱਲ ਸਾਡੇ ਪੱਲੇ ਪੈ ਜਾਂਦੀ, ਪਰ ਸਾਡੀ ਹਾਲਤ ਪਤਾ ਕੀ ਹੈ। ਸਾਹਿਬ ਕਹਿੰਦੇ ਲੋਕ ਅਵਗੁਣਾ ਕੀ ਬੰਨੇ ਗੰਠੜੀ, ਗੁਣ ਨਾ ਵਿਹਾਜੈ ਕੋਏ। ਕਹਿੰਦੇ ਲੋਕਾਂ ਦਾ ਜਿਹੜਾ ਵਤੀਰਾ ਵਾਨਾ ਉਹ ਅਵਗੁਣਾਂ ਦੀਆਂ ਗੰਢਾਂ ਬੰਨਣ ਦਾ ਹੀ ਹੈ, ਕੋਈ ਗੁਣ ਦੀ ਨਹੀਂ ਕੋਈ ਗੰਢ ਬਣਦਾ। ਸੱਚ ਜਾਣਿਓ ਜੀਵਨ ਅਸੀਂ ਕਿੰਨਾ ਬਰਬਾਦ ਕਰ ਰਹੇ ਹਾਂ। ਇਸ ਸ਼ਬਦ ਤੋਂ ਮੈਂ ਤੇ ਹੈਰਾਨ ਹਾਂ। ਅੱਖਾਂ ਖੋਲ ਦਿੰਦੇ ਆ ਗੁਰੂ ਜੀ, ਅਸੀਂ ਕਿੱਥੇ ਖਲੋਤੇ ਹਾਂ, ਸਾਡੀ ਕਿਹੜੀ ਜੀਵਨ ਦੀ ਯਾਤਰਾ ਵਾ, ਅਸੀਂ ਕਿਹੜੀ ਯਾਤਰਾ ਜੀ ਰਹੇ ਹਾਂ। ਇਹ ਆਪਣੇ ਆਪ ਨੂੰ ਕਿਤੇ ਪੁੱਛ ਕੇ ਵੇਖਿਓ ਵੀਰ ਮੇਰਿਓ, ਭੈਣਾ ਮੇਰੀਓ, ਕਿ ਅਸੀਂ ਕਿਤੇ ਯਾਤਰਾ ਸਾਡੀ ਵੀ ਕਿਤੇ ਵਿਕਾਰਾਂ ਭਰੀ ਤੇ ਨਹੀਂ। ਤੇ ਜਿਹੜੀ ਅਸੀਂ ਇੱਕ ਪਿਤਾ ਦੇ ਨਾਤੇ ਜਾਂ ਅਸੀਂ ਕਿਸੇ ਵੱਡੇ ਬਜ਼ੁਰਗ ਦੇ ਨਾਤੇ ਜਿਸ ਘਰ ਦੀ ਕਿਸ਼ਤੀ ਦੇ ਮਲਾਹ ਬਣ ਕੇ ਤੁਰੇ ਫਿਰਦੇ ਹਾਂ, ਕਿਤੇ ਉਸ ਕਿਸ਼ਤੀ ਦੇ ਵਿੱਚ ਛੇਕ ਤੇ ਨਹੀਂ ਪਾ ਬੈਠੇ ਵਿਕਾਰਾਂ ਦੇ, ਨਫ਼ਰਤਾਂ ਦੇ, ਆਪਸੀ ਰਿਸ਼ਤਿਆਂ ਦੀ ਬੇਈਮਾਨੀਆਂ ਦੇ, ਆਪਣੇ ਖੋਟ ਦੇ। ਆਪਣੀ ਕਿਸ਼ਤੀ ਸੰਭਾਲ ਲਓ ਵੀਰ ਮੇਰਿਓ। ਸਭ ਤੋਂ ਵੱਡਾ ਫਰਜ਼ ਜੇ ਤੁਹਾਡਾ ਆਪਣਾ ਸਾਰਿਆਂ ਦਾ, ਅਸੀਂ ਆਪਣੇ ਘਰ ਦੀ ਕਿਸ਼ਤੀ ਸੰਭਾਲ ਲਈਏ। ਜੇ ਸਾਡੀ ਬਾਹਰ ਦੀਆਂ ਕਿਸ਼ਤੀਆਂ ਸੰਭਾਲਦੇ ਰਹੇ ਤੇ ਸਾਡੀ ਘਰ ਦੀ ਡੁੱਬ ਗਈ ਨਾ, ਕਿਸੇ ਨੇ ਸਾਨੂੰ ਪੁੱਛਣਾ। ਆਪਣੇ ਬੱਚਿਆਂ ਨੂੰ ਗੁਰਮਤ ਦੇ ਗਾਡੀ ਰਾਹ ਤੇ ਤੋਰੀਏ। 10-15 ਮਿੰਟ ਆਪਣੇ ਬੱਚਿਆਂ ਵਾਸਤੇ ਜ਼ਰੂਰ ਕੱਢੋ, ਉਹਨਾਂ ਨੂੰ ਗੁਰਮਤ ਬਾਰੇ ਦੱਸੋ, ਉਹਨਾਂ ਦੀ ਜਵਾਨੀ ਨੂੰ ਸਿੱਧੇ ਬੰਨੇ ਲਾਓ। ਇਹ ਜ਼ਿੰਮੇਵਾਰੀ ਆ ਸਾਡੀ। ਜੇ ਅਸੀਂ ਬਚਪਨ ਤੋਂ ਆਪਣੇ ਬੱਚੇ ਨੂੰ ਇਹ ਸਿਖਾਵਾਂਗੇ, ਉਹ ਜਾ ਹੋਏ ਤੂੰ ਜੱਟ ਦਾ ਪੁੱਤ ਆ, ਜਿਹਦਾ ਮਰਜ਼ੀ ਸਿਰ ਪਾੜਾਂ ਵੀ, ਮੈਂ ਪਿਓ ਤੇਰਾ ਪਿੱਛੇ ਖਲੋਤਾ, ਮੈਂ ਪਿੰਡ ਦਾ ਸਰਪੰਚ, ਤੇ ਮੈਂ ਤੇ ਆਪਣੇ ਹੱਥੀਂ ਆਪਣੇ ਬੱਚੇ ਦੇ ਨਾਲ ਮਨੁੱਖੀ ਬੰਬ ਬਣ ਰਿਹਾ। ਜਿਹੜੇ ਮੈਂ ਆਹ ਕੰਮ ਕਰ ਰਿਹਾ ਨਾ, ਮੈਂ ਆਪਣੇ ਹੱਥੀਂ ਆਪਣੇ ਬੱਚੇ ਦੇ ਨਾਲ ਮਨੁੱਖੀ ਬੰਬ ਬਣ ਰਿਹਾ ਕਿ ਜਿੱਦਣ ਉਹ ਫਟਣਾ ਨਾ, ਉਹਨੇ ਮੇਰੇ ਘਰ 'ਚ ਹੀ ਫਟਣਾ। ਇਹ ਗੱਲ ਚੇਤੇ ਰੱਖਿਓ। ਇਸ ਕਰਕੇ ਸੰਭਲ ਜਾਈਏ। ਆਪ ਫਜ਼ੂਲ ਦੀਆਂ ਹੰਕਾਰ ਭਰੀਆਂ ਗੱਲਾਂ ਬੱਚਿਆਂ ਨੂੰ ਨਾ ਸਿਖਾਈਏ, ਸਗੋਂ ਨੂੰ ਸਿਖਾਈਏ ਪੁੱਤ ਵੇ ਨਿਮਰਤਾ ਨਾਲ ਗੁਰੂ ਘਰ ਜਾਇਆ ਕਰ, ਗੁਰੂ ਸਤਿਗੁਰੂ ਕੋਲ ਬਿਹਾ ਕਰ, ਗੁਰਬਾਣੀ ਸੁਣਿਆ ਕਰ, ਗੁਰਬਾਣੀ ਦੀ ਵਿਚਾਰ ਕਰਿਆ ਕਰ। ਚੰਗਾ ਮੇਰਾ ਪੁੱਤ ਜੇ ਡਾਕਟਰ ਵੀ ਬਣੇ ਤੇ ਕਸਾਈ ਡਾਕਟਰ ਨਾ ਬਣੇ, ਲੋਕਾਂ ਦਾ ਭਲਾ ਕਰਨ ਵਾਲਾ ਬਣੇ। ਜੇ ਮੇਰਾ ਪੁੱਤ ਮਾਸਟਰ ਬਣੇ ਤੇ ਚੰਗਾ ਬਣੇ, ਲੋਕਾਂ ਦੇ ਜੀਵਨ ਦੇ ਵਿੱਚ ਦੀਵੇ ਜਗਾਉਣ ਵਾਲਾ ਬਣੇ, ਦੀਵੇ ਬੁਝਾਉਣ ਵਾਲਾ ਨਾ ਬਣੇ। ਜੇ ਮੇਰਾ ਪੁੱਤ ਥਾਣੇਦਾਰ ਬਣੇ ਤੇ ਮੇਰਾ ਪੁੱਤ ਇਹੋ ਜਿਹਾ ਬਣੇ ਕਿ ਉਹ ਲੋਕਾਂ ਨੂੰ ਨਿਆਂ ਦਿਵਾ ਸਕੇ। ਜੇ ਜੱਜ ਬਣੇ ਤੇ ਲੋਕਾਂ ਦਾ ਆਪਣੀ ਪਾਰਖੂ ਨਿਗਾਹ ਦੇ ਨਾਲ ਗੁਨਾਹਗਾਰ ਤੇ ਬੇਗੁਨਾਹ ਦੀ ਪਰਖ ਕਰ ਸਕੇ। ਇਹ ਸਭ ਕੁਝ ਹੋਵੇਗਾ ਜੇ ਗੁਰਬਾਣੀ ਦੀ ਜੀਵਨ ਜਾਤ ਸਾਡੇ ਜੀਵਨ 'ਚ ਹੋਵੇਗੀ। ਸੋ ਅੱਜ ਦਾ ਪਾਵਨ ਸ਼ਬਦ ਸ਼੍ਰੀ ਰਾਗ ਦਾ 24 ਨੰਬਰ ਸ਼ਬਦ, ਜਿਹਦੀ ਵਿਚਾਰ ਅੱਜ ਆਪਾਂ ਰਲ ਕੇ ਕੀਤੀ ਹੈ। ਸਤਿਗੁਰੂ ਕਿਰਪਾ ਕਰਨ ਸਾਡੇ ਜੀਵਨ ਵਿੱਚ ਗੁਰਮਤਿ ਵਸੇ, ਗੁਰਬਾਣੀ ਵਸੇ, ਅਸੀਂ ਗੁਰੂ ਵਾਲੇ ਬਣੀਏ, ਤਾਂ ਹੀ ਹੋਣਗੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਖਰ ਪ੍ਰਭਾਪੇ ਮੇਲੇ, ਭੁੱਲ ਗਲਤੀ ਦੀ ਖਿਮਾ, ਦਾਸ ਦੇ ਖਤੇ ਨਾ ਚਤਾਰਿਓ। ਦਾਸ ਤੇ ਬਹੁਤ ਗੁਨਾਹਗਾਰ, ਬੜੇ ਅਵਗੁਣ ਨੇ। ਬਸ ਇੱਕ ਰੋਜ਼ਾਨਾ ਨਿਤਨੇਮ ਹੈ, ਆਪਾਂ ਰਲ ਮਿਲ ਕੇ ਗੁਰਬਾਣੀ ਦੀ ਵਿਚਾਰ ਕਰ ਲੈਂਦੇ।